गुरु नाम जपन वाली, गुरु दी महिमा यश कीर्ति करन वाली गुर संगत जी आप दे पवित्र हिरदे विच दास निमरता सहित बेनती करदा है। आओ आपां कलयुग दे भविष्यत काल जिहड़ा कि मन तन अते विषे विकार पैदा करके श्री गुरु ग्रंथ साहिब जी दी चरना तो तोड़दा है। आप जिन्नियां भी रूहां पवित्र होके श्री गुरु ग्रंथ साहिब जी दी चरना च कीमती वक्त कढ़िया, आप बहुत ही वड्डे नसीब अते पवित्र भागां वाले हो। सब तो पहलों आपां दसवें पातशाह श्री गुरु गोबिंद सिंह जी महाराज कलगी वाले साहेब साहिबे कमाल वाजा वाले पातशाह सिख पंथ दे मसीही उन्हां दा ध्यान धर के उन्हां दी प्रेम रूपी एक फतेह दी सांझ ज्ञान वाली विरती नूं जोड़न वाली श्री गुरु ग्रंथ साहिब जी के चरनां विच जुड़न बैठ के आनंद प्राप्त करने वाली माई भाई दास की बेनती है। गज वज के आखो वाहेगुरु जी का खालसा वाहेगुरु जी की फतेह। गुरु रूप गुरु दी प्यारी गुरु दी नमाजी ते गुरु दी साजी गुरसंगत जी आप दे बड़े पवित्र कर्म पवित्र भाग है। वो किस्तका भाग है श्री गुरु ग्रंथ साहिब जी दे दा यश जिमें राही दे जत्थी ने आपां नूं महिमा यश कीर्ति महापुरखों का यश करिया, पर गुरसंगत जी जिन्ने भी भगत है पकम्बर औलिए ये सारे कार पुरख दे हुक्म अधीन हुक्म दे बदे संसार ते आउंदे ही है। क्योंकि पातशाह ने आपां नूं उपदेश दिता है, हुक्म रजाई चलना नानक लिखिया नाले। ये जिहड़ा हुक्म है ये दरगाही है, तुर दरगाही हुक्म ना जन्म हुंदा, तुर दरगाही कर्म हुंदे ने, तुर दरगाही संजोग प्रेम प्यार हुंदे ने। श्री गुरु ग्रंथ साहिब जी दे दर्शन जीव जग्यासू नूं बड़े भागां तो बिना नहीं मिलती। गुरसंगत जी दास तीन सत्संग संगत दे
ਚਰਨਾਂ ਦੀ ਧੂੜ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੀ ਧੂੜ ਪ੍ਰਾਪਤ ਨਹੀਂ ਕਰ ਸਕਿਆ। ਇਹ ਕਿਰਪਾ ਤੋਂ ਬਿਨਾਂ ਨਹੀਂ। ਜਦੋਂ ਵਾਹਿਗੁਰੂ ਕਿਰਪਾ ਕਰਦਾ ਹੈ ਉਦੋਂ ਹੀ ਸਵਾਮੀ ਜੀ ਦੇ ਦਰਸ਼ਨ ਦੀਦਾਰ ਹੁੰਦੇ ਹੈ। ਵੱਡੇ ਭਾਗ ਕਿਵੇਂ ਆਪਣੇ। ਮੈਂ ਬੇਨਤੀ ਕਰਾਂ, ਸਵਾਮੀ ਜੀ ਮਹਾਰਾਜ ਨੇ ਆਪਾਂ ਨੂੰ ਪਵਿੱਤਰ ਬਾਣੀ ਵਿੱਚ ਵੀ ਦਰਸਾਇਆ ਹੈ ਵੀ ਜਿਸ ਵਕਤ ਦਰਸ਼ਨ ਪਰਸੀਏ ਗੁਰੂ ਕੈ ਜਨਮ ਮਰਨ ਦੁੱਖ ਜਾਏ। ਜੇ ਵਾਹਿਗੁਰੂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੀਏ, ਮਹਾਰਾਜ ਦੇ ਦਰਸ਼ਨ ਕਰਨ ਨਾਲ ਜੀਵ ਮੁਕਤ ਹੁੰਦਾ। ਅਮਰ ਕਥਾ ਤੋਂ ਪਹਿਲਾਂ ਮੈਂ 2-4 ਮਿੰਟ ਤੁਹਾਡੇ ਹਿਰਦੇ ਵਿੱਚ ਵਿਚਾਰ ਬੇਨਤੀ ਕਰਨੀ ਚਾਹੁੰਦਾ। ਗੁਰ ਸੰਗਤ ਜੀ ਕਿਸਤਕਾ ਉੱਤਮ ਭਾਗ ਨੇ। ਇੱਥੇ ਦੁਨੀਆ ਹੋਰ ਵੀ ਤੁਰੀ ਫਿਰਦੀ ਹੈ ਜਿਹਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੈ। ਉਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ, ਉਹੀ ਮਹਾਰਾਜ ਦੀ ਬਾਣੀ ਪੜ੍ਹਦਾ, ਉਹੀ ਮਹਾਰਾਜ 'ਤੇ ਵਿਸ਼ਵਾਸ ਰੱਖਦਾ। ਵਰਨਾ ਜੀਵ ਮਨ ਚਲਾਏ ਮਾਨ ਡੋਲਦਾ ਰਹਿੰਦਾ ਤੇ ਸਤਿਗੁਰੂ ਕਿਰਪਾ ਕਰਨ ਤਾਂ ਹੀ ਇੱਕ ਇੱਕ ਕਦਮ ਚੰਗੇ ਪਾਸੇ ਕਦਮ ਉੱਠਦਾ। ਗੁਰਸੰਗਤ ਜੀ ਜਿਵੇਂ ਭਿਅੰਕਰ ਘੋਰ ਕਲਯੁਗ ਦਾ ਯੁੱਗ ਹੈ। ਤੁਸੀਂ ਕੋਈ ਵੀ ਕਰਮ ਭੈੜਾ ਕਰਨਾ ਹੋਈ, ਆਦ ਨਸ਼ੇ ਜਾਂ ਮਦਰਾ ਮਾਸ, 4 ਵਿਅਕਤੀ ਇਕੱਤਰ ਹੋ ਜਾਣਗੇ। ਜੇ ਆਪਾਂ ਪੁੰਨ ਦਾਨ ਭਜਨ ਕਰਨਾ ਹੋਏ, 4 ਕਿੰਤੂ ਪ੍ਰੰਤੂ ਨਿੰਦਕ ਇਕੱਠੇ ਹੋ ਜਾਣਗੇ। ਉਹ ਪੁੱਛਣਗੇ ਭਜਨ ਕਰਕੇ ਤੈਨੂੰ ਕੀ ਲਾਭ ਹੋ, ਸੇਵਾ ਕਰਕੇ ਤੈਨੂੰ ਕੀ ਮਿਲਣਾ, ਅਤੇ ਸਤ ਸੰਗ ਕਰਦਾ ਤੈਨੂੰ ਕੀ ਮਿਲ ਜੂ। ਇਹ ਵਾਹਿਗੁਰੂ ਦੀ ਇਹ ਭਗਤਾਂ ਨੂੰ ਪਤਾ ਹੈ ਜਿਹੜੇ ਸਤਿਗੁਰੂ ਦੇ ਚਰਨਾਂ ਵਿੱਚ ਅੱਜ ਜੁੜ ਬੈਠ ਰਹੇ ਹੋ। 2 ਆਪਾਂ ਨੂੰ ਗਿਆਨ ਪ੍ਰਾਪਤ ਹੋਣੇ ਹੈ। ਇੱਕ ਆਤਮਕ, ਜਿਹੜਾ ਆਤਮਾ ਨੂੰ ਸ਼ਬਦ ਸੁਰਤ ਵਾਹਿਗੁਰੂ ਨਾਲ ਜੋੜਦਾ ਹੈ। ਇੱਕ ਤੁਹਾਡੇ ਜਿਹੜੇ ਦੁੱਖ ਹੈ, ਜਿਹੜੇ ਪਿਛਲੇ ਪਾਪ ਕਰਮ ਕਰੇ ਹੁੰਦੇ ਹੈ, ਉਹ ਮਹਾਰਾਜ ਦਾ ਯਸ਼ ਸੁਣਨਾ ਅਤੇ ਸੇਵਾ ਕਰਨੀ, ਕਰਮ ਬਣਾਉਣੇ, ਉਹਦੇ ਨਾਲ ਵੀ ਦੁੱਖ ਟੁੱਟਦੀ ਹੈ। ਆਓ ਆਪਾਂ ਬਹੁਤ ਸਮੇਂ ਤੋਂ ਬੈਠੇ ਹਾਂ ਮਹਾਰਾਜ ਦੇ ਚਰਨਾਂ ਵਿੱਚ। ਆਪਣੇ ਸਾਰਿਆਂ ਦੇ ਜਿਹੜੇ ਗੁਰੂ ਹੈ ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਚਵਰ ਤਖਤ ਦੇ ਮਾਲਕ, ਕੋਟ ਬ੍ਰਹਿਮੰਡ ਦੇ ਮਾਲਕ, ਦੀਨ ਦੁਨੀਆ ਦੇ ਮਾਲਕ ਅਤੇ ਗੱਦੀ ਤੇ ਬਿਰਾਜਮਾਨ 11ਵੇਂ ਸਤਿਗੁਰੂ
श्री गुरु ग्रंथ साहिब जी महाराज ਦਾ ਇੱਕ ਇੱਕ ਪ੍ਰਵਚਨ ਮੁਕਤੀ ਦਾ ਦਾਤਾ ਹੈ। ਜੇ ਕੋਈ ਗੁਰਮੁਖ ਜਨ ਮਹਾਰਾਜ ਦਾ ਪ੍ਰੇਮ ਸਹਿਤ ਆਪਣੇ ਹਿਰਦੇ ਵਿੱਚ ਸ਼ਬਦ ਵਸਾਏ, ਉਹਦੇ ਉੱਤੇ ਜ਼ਿੰਦਗੀ ਆਪਣਾ ਮਾਰਗ ਰਸਤਾ ਚਲਾਏ, ਦਾਸ ਤੁਸ਼ ਬੁੱਧੀ ਅਨੁਸਾਰ ਚਰਨਾਂ ਵਿੱਚ ਸੰਗਤ ਜੀ ਤੁਹਾਡਾ ਬੱਚਾ ਤੁਹਾਡੀ ਚਰਨ ਧੂੜ ਬੇਨਤੀ ਕਰਦਾ ਹੈ। ਜੀਵ ਦੀ ਜ਼ਿੰਦਗੀ ਇਸ ਦੁਨੀਆ ਤੋਂ ਵੀ ਬਦਲ ਜਾਂਦੀ ਹੈ, ਪਰਲੋਕ ਤੋਂ ਵੀ। ਜਿਸ ਵਕਤ ਇਹ ਦੁਨੀਆ ਛੱਡਦਾ ਹੈ ਉਸ ਵਕਤ ਵੀ ਬਦਲ ਜਾਂਦੀ ਹੈ। ਜਿਹੜੇ ਪਾਪੀ ਜੀਵ ਹੈ, ਅੱਡ ਅੱਡ ਪਾਪ ਕਰਦੀ ਹੈ ਤਾਂ ਬਹੁਤ ਲੰਮਾ ਵਿਸਤਾਰ ਪ੍ਰਸੰਗ ਹੈ। ਮੈਂ ਸੂਖਸ਼ਮ ਬੇਨਤੀ ਕਰਾਂ, ਉਹਨਾਂ ਨੂੰ ਜੰਮ ਲੈਣ ਆਉਂਦੀ ਹੈ। ਜਿਹੜੇ ਭਜਨੀਕ ਨਾਮ ਜਪਣ ਵਾਲੇ, ਸੇਵਾ ਕਰਨ ਵਾਲੇ, ਸਾਸੰਗ ਕਰਨ ਵਾਲੇ, ਉਹਨਾਂ ਨੂੰ ਰਾਮ ਗਣ ਜਿਹੜੇ ਵਾਹਿਗੁਰੂ ਦੇ ਪਿਆਰੇ ਹੈ, ਉਹ ਪੁਸ਼ਪ ਵਾਰ ਕੇ ਲੈ ਜਾਂਦੀ ਹੈ ਆਤਮਾ ਨੂੰ। ਇਹ ਦਾਸ ਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਾਂ ਨੂੰ ਦਰਸਾਉਣਗੇ। ਇੱਕ ਸਮੇਂ ਸ੍ਰੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੋ ਜਹਾਨ ਦੇ ਵਾਲੀ, ਕੋਟ ਬ੍ਰਹਿਮੰਡ ਦੇ ਠਾਕਰ, ਅਲਾਹੀ ਜੋਤ, ਰੱਬ ਦਾ ਨੂਰ, ਕੁਦਰਤ ਕ੍ਰਿਸ਼ਮਾ, ਸ਼ਾਂਤੀ ਕੇ ਪੁੰਜ, ਸ਼ਹੀਦਾਂ ਦੇ ਸਰਤਾਜ, ਗੁਰਗੱਦੀ ਤੇ ਸਤਸੰਗ ਤੋਂ ਬਾਅਦ ਨਿਜ ਭਗਤ ਗੁਰ ਸੰਗਤ ਜੀ। ਆਪਾਂ ਜੇ ਦੁਨਿਆਵੀ ਵਿੱਚ ਵੀ ਸੋਚੀਏ, ਨਿਜ ਭਗਤ ਦਾ ਅਰਥ ਕੀ ਹੋਇਆ? ਵੀ ਨਿੱਜੀ ਪਿਆਰ। ਜਿਹੜੇ ਪ੍ਰੇਮੀ ਜਨ ਬੈਠੇ ਸੀ, ਪੰਜਵੇਂ ਪਾਤਸ਼ਾਹ ਨੇ ਉੱਥੇ ਉਪਦੇਸ਼ ਦਿੱਤਾ, ਜਲ ਥਲ, ਵੀ ਜਿਹੜੀ ਇਹ ਪ੍ਰਿਥਵੀ ਹੈ, ਇਹ ਕਦੇ ਵੀ ਜਦੋਂ ਪਰਲੋਂ ਆਉਂਦੀ ਹੈ, ਕਿਤੇ ਪਹਾੜ, ਕਿਤੇ ਜਲ, ਕਿਤੇ ਥਲ। ਫਿਰ ਸਵਾਮੀ ਜੀ ਦੱਸਦੇ ਨੇ ਵੀ ਇਹਦੇ ਵਿੱਚ ਹੀ ਪਰਮਾਤਮਾ ਜੁਗ ਪਲਟਦਾ ਹੈ, ਇਹਦੇ 'ਚ ਹੀ ਪਰਲੋਆਂ ਨੇ। ਤੇ ਬੇਨਤੀ ਕਰਦਾ ਨਿਜ ਭਗਤ ਵੀ ਸਵਾਮੀ ਜੀ, ਵੀ ਅਸੀਂ ਤਾਂ ਕੋਈ ਜੁਗ ਨਹੀਂ ਦੇਖਿਆ, ਕੋਈ ਪਰਲੋ ਨਹੀਂ ਦੇਖੀ, ਅਸੀਂ ਤੁਹਾਡਾ ਪ੍ਰੇਮ ਪਿਆਰ ਗੁਣ ਜਸ਼ ਕਰਨਾ ਚਾਹੁੰਦੇ ਹਾਂ, ਅਤੇ ਸਾਡੇ ਭਰਮ ਭੁਲੇਖੇ ਮਾਲਕਾ ਦੂਰ ਕਰਦੀ। ਸਵਾਮੀ ਜੀ ਮਹਾਰਾਜ ਹੱਸ ਕੇ ਉਸ ਸਮੇਂ ਦੁਨੀਆ ਤੇ ਉੱਚ ਕੋਟੀ ਦੇ ਦੋ ਲਿਖਾਰੀ ਹੋਈ ਹੈ। ਪਹਿਲੇ ਲਿਖਾਰੀ ਸ੍ਰੀ ਗੁਰੂ ਪੰਜਵੇਂ ਪਾਤਸ਼ਾਹ ਵੇਲੇ ਭਾਈ ਗੁਰਦਾਸ ਜੀ ਹੋਏ। ਦੂਸਰੇ ਲਿਖਾਰੀ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਭਾਈ ਮਨੀ ਸਿੰਘ ਜੀ ਹੋਏ। ਗੁਰਸੰਗਤ ਜੀ ਇਹਨਾਂ ਦੋਹਾਂ ਵਰਗਾ ਲਖਾਰੀ स्वामी जी की कृपा बिना दुनिया ते ना होया ना हो सकता। आओ आपां उपदेश पंजवें पातशाह दे मुखार बिंद चों सुनिए। सारी गुरसंगत नूं बेनती है भी जिन्हां कोल मोबाइल फोन ने वो 1 घंटा गुरसंगत जी बेनती है, दास की जरूरत है नहीं, जे बंद कर दो अपनी बिरती लगे महाराज ना जुड़ गई। आ संसार चों ना लैके आए आ ना लैके जाना, ते किहदे वास्ते कल्पना ਆਪਾਂ ਨਾਲ ਬੰਨੀ ਆ। ਜੇ ਤਾਂ ਕੋਈ ਭਾਈ ਵੀਰ ਬਾਹਰਲੇ ਮੁਲਕ 'ਚ ਫੋਨ ਲਾ ਕੇ ਸੁਣ ਰਿਹਾ ਉਹ ਤਾਂ ਕੋਈ ਗੱਲ ਨਹੀਂ, ਪਰ ਦਾਸ ਦੀ ਬੇਨਤੀ ਹੈ ਵੀ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ। ਉਹ ਕੀ ਆਪਾਂ ਕੀਮਤੀ ਵਕਤ ਘਰੋਂ ਚੱਲ ਕੇ ਤੁਸੀਂ ਆਏ ਹੋ, अपने वक्त चों वक्त कढ़िया। कोई भी इंसान बेला नहीं हुंदा। गुरसंगत जी बड़ा औखा होके वाहेगुरु नाल वक्त जुड़दा। हुण जे वक्त आपां कढ़िया ही आ ते क्यों ना स्वामी जी महाराज दी आपां चरनां नाल इकमिक होके जुड़िए, सुनिए हुक्म। पंजवी जोत इलाही बाणी श्री गुरु ग्रंथ साहिब चवर तखत दे मालक दीन दुनिया दे मालक धुर की बाणी आई, तिन सगली चिंत मिटाई। हुक्म उपदेश महाराज जी नूं ते गुरसंगत जी निज भगतां नूं दे रखे ने। दास इस वक्त उही हुक्म आप जी नूं लैकर श्री गुरु ग्रंथ साहिब जी तो आपां अरदास करके लै रहे हैं। आओ जुड़िए गुरसंगत चरनां दे नाल। पंजवें पातशाह दे हुक्म अनुसार सुनो उपदेश महाराज जी फरमा रखे ਹਨ।